Hello students, today we are going to start our last chapter biomolecules. बेटा बुक ਦੇ ਅਕੋਰਡਿੰਗ ਤੁਹਾਡਾ 14th ਚੈਪਟਰ ਹੈ ਬਟ ਸਾਡੇ ਸਿਲੇਬਸ ਦੇ ਅਕੋਰਡਿੰਗ ਇਹ ਲਾਸਟ ਚੈਪਟਰ ਰਹਿ ਗਿਆ ਹੈ. So before starting this chapter, firstly we should know what are the biomolecules. Bio word बेटा ਇਹਦੇ ਅੱਗੇ ਲੱਗਾ ਹੋਇਆ, ਠੀਕ ਹੈ. ਸੋ ਇਹ ਸਾਡਾ ਬਾਇਓ ਦਾ ਟੌਪਿਕ ਨਹੀਂ ਹੈ, ਇਹਨੂੰ ਅਸੀਂ ਕੈਮਿਸਟਰੀ ਦੇ ਵਿੱਚ ਕਿਸ ਤਰ੍ਹਾਂ ਡੀਲ ਕਰਨਾ ਉਹ ਅਸੀਂ ਅੱਜ ਦੇਖਾਂਗੇ. ਸੋ ਬਾਇਓਮੋਲੀਕਿਊਲਸ ਨੂੰ ਡਿਸਕਸ ਕਰਨ ਤੋਂ ਪਹਿਲਾਂ ਪੁੱਤਰ ਜੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿੰਨੀਆਂ ਵੀ ਲਿਵਿੰਗ ਸਿਸਟਮਸ ਹੈਗੀਆਂ ਨੇ ਉਹ ਗਰੋ ਕਰਦੀਆਂ ਨੇ, ਲਿਵਿੰਗ ਫਾਰਮਸ ਹੈਗੀਆਂ ਨੇ ਉਹ ਗਰੋ ਕਰਦੀਆਂ ਨੇ, ਸਸਟੇਨ ਕਰਦੀਆਂ ਨੇ ਤੇ ਰੀਪਰੋਡਿਊਸ ਕਰਦੀਆਂ ਨੇ. ਬਟ ਜਿਹੜੇ ਬਹੁਤ ਇੰਟਰਸਟਿੰਗ ਫੈਕਟ ਹੈ ਉਹ ਇਹ ਹੈਗਾ ਕਿ ਜਿਹੜੇ ਵੀ ਲਿਵਿੰਗ ਸਿਸਟਮਸ ਹੁੰਦੇ ਨੇ ਉਹ ਸੈਵਰਲ ਨੋਨ ਲਿਵਿੰਗ ਲਾਈਫਲੈਸ ਸਬਸਟੈਂਸਿਸ ਨੂੰ ਮਿਲ ਕੇ ਬਣਦੀਆਂ ਨੇ ਜੋ ਕਿ ਉਹਨਾਂ ਦੇ ਸੈੱਲ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ, ਠੀਕ ਹੈ. ਦੇਖੋ ਜਿਸ ਤਰ੍ਹਾਂ ਇੱਕ ਸੈੱਲ ਹੈ, ਸੈੱਲ ਦੇ ਅੰਦਰ ਸਾਡੇ ਕੋਲ ਸੈੱਲ ਮੈਂਬਰੇਨ ਵੀ ਹੁੰਦੀ ਹੈ, ਪ੍ਰੋਟੋਪਲਾਜ਼ਮ ਹੁੰਦਾ, ਸਾਈਟੋਪਲਾਜ਼ਮ ਹੁੰਦਾ, ਨਿਊਕਲੀਅਸ ਹੁੰਦਾ. ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੈੱਲ ਦੇ ਅੰਦਰ ਪ੍ਰੈਜ਼ੈਂਟ ਨੇ ਉਹ ਨੋਨ ਲਿਵਿੰਗ ਨੇ, ਬਟ ਸੈੱਲ ਇੱਕ ਲਿਵਿੰਗ ਚੀਜ਼ ਹੈਗਾ. ਇਸ ਕਰਕੇ ਐਟਮ ਜਾਂ ਮੋਲੀਕਿਊਲ ਪ੍ਰੈਜ਼ੈਂਟ ਇਨ ਦਾ ਲਿਵਿੰਗ ਥਿੰਗਸ ਹੋਣ ਕਰਕੇ ਉਹਦੇ ਨਾਮ ਦੇ ਅੱਗੇ, ਉਹਨਾਂ ਮੋਲੀਕਿਊਲ ਦੇ ਨਾਮ ਦੇ ਅੱਗੇ ਕੀ ਆ ਜਾਂਦਾ? ਵਰਡ ਬਾਇਓ ਆ ਜਾਂਦਾ, ਠੀਕ ਹੈ. ਸੋ ਬਾਇਓਮੋਲੀਕਿਊਲਸ ਦੀ ਡੈਫੀਨੇਸ਼ਨ ਤੁਸੀਂ ਕਿਹੜੀ ਯਾਦ ਕਰਨੀ ਹੈ? Biomolecules are the complex lifeless organic substances which build up the living organisms and are required for their growth and the maintenance. ठीक है, so ये तुसी definition याद करनी है. बायोमोलीक्यूल्स बेसिस ऑफ लाइफ ਨੂੰ ਮਿਲ ਕੇ ਬਣਾਉਂਦੇ ਨੇ. ਕੁਝ ਕਾਮਨ ਐਗਜ਼ਾਮਪਲਸ ਅਗਰ ਅਸੀਂ ਲਈਏ ਸਾਡੇ ਬੋਡੀ ਦੇ ਅੰਦਰ, ਕਾਰਬੋਹਾਈਡਰੇਟਸ, ਪ੍ਰੋਟੀਨਸ, ਐਂਜ਼ਾਈਮਸ ਐਂਡ ਨਿਊਕਲਿਕ ਐਸਿਡ, ਲਿਪਿਡਸ, ਅਮੀਨੋ ਐਸਿਡਸ, ਫੈਟਸ, ਇਹ ਸਾਰੇ ਹੀ ਬਾਇਓਮੋਲੀਕਿਊਲਸ ਨੇ. ਬੇਟਾ ਅਗਰ ਮੈਂ ਇੱਕ ਕਿਸੇ ਬਾਇਓਮੋਲੀਕਿਊਲ ਦੀ ਗੱਲ ਕਰਾਂ, प्रोटीन इज़ वेरी इसेंशियल फॉर द ह्यूमन बींग्स. अगर प्रोटीन की बेटा कमी होएगी, प्रोटीन घट होएगा तो बंदा जल्दी बीमार होएगा, ਉਹਦਾ इम्यूनिटी भी विच प्रॉब्लम हो सकती है. सो बायोमोलीक्यूल ਜਿਹੜੇ ਹੈਗੇ ਨੇ ਸਾਰੀਆਂ ਚੀਜ਼ਾਂ ਸਾਡੀ ਬੋਡੀ ਦੇ ਲਈ ਬਹੁਤ ਹੀ ਜ਼ਿਆਦਾ ਰਿਕੁਆਇਰਡ ਹੈਗੀਆਂ ਨੇ. ਕਾਰਬੋਹਾਈਡਰੇਟ, ਪ੍ਰੋਟੀਨ, ਨਿਊਕਲਿਕ ਐਸਿਡ, ਲਿਪਿਡਸ, ਅਮੀਨੋ ਐਸਿਡਸ, ਠੀਕ ਹੈ, ਵਿਟਾਮਿਨਸ, ਇਹ ਸਾਰਾ ਕੁਝ ਬਾਇਓਮੋਲੀਕਿਊਲਸ ਹੈ. ਜਿਹੜੀ ਬ੍ਰਾਂਚ ਹੈਗੀ ਹੈ ਸਾਇੰਸ ਦੀ ਜਿਹੜੀ ਡੀਲ ਕਰਦੀ ਹੈ ਸਟੱਡੀ ਆਫ ਬਾਇਓਮੋਲੀਕਿਊਲਸ ਦੇ ਨਾਲ, ਉਹਨੂੰ ਅਸੀਂ ਕੀ ਕਹਿ ਦਿੰਨੇ? ਬਾਇਓਕੈਮਿਸਟਰੀ ਕਹਿ ਦਿੰਨੇ ਆ, ਠੀਕ ਹੈ. ਸੋ ਡੈਫੀਨੇਸ਼ਨ ਤੁਸੀਂ ਯਾਦ ਕਰਨੀ ਹੈ ਬਾਇਓਮੋਲੀਕਿਊਲਸ ਦੀ, ਦੈਨ ਯੂ ਹੈਵ ਟੂ ਲਰਨ ਦ ਡੈਫੀਨੇਸ਼ਨ ਆਫ ਦ ਬਾਇਓਕੈਮਿਸਟਰੀ. ਓਕੇ, ਫਸਟ ਅਗਰ ਅਸੀਂ ਗੱਲ ਕਰੀਏ ਬਾਇਓਮੋਲੀਕਿਊਲਸ ਤੇ ਅਸੀਂ ਕਾਰਬੋਹਾਈਡਰੇਟ ਨੂੰ ਐਕਸਪਲੇਨੇਸ਼ਨ ਦੇ ਵਿੱਚ ਪੜਾਂਗੇ. ਸੋ ਫਸਟ ਜਿਹੜਾ ਬਾਇਓਮੋਲੀਕਿਊਲ ਹੈ ਦੈਟ ਇਜ਼ ਦ ਕਾਰਬੋਹਾਈਡਰੇਟ. ਕਾਰਬੋਹਾਈਡਰੇਟ ਵਰਡ ਤੁਸੀਂ ਆਲਰੇਡੀ ਸੁਣਿਆ ਹੋਇਆ, +1 ਦੇ ਵਿੱਚ ਵੀ ਅਸੀਂ ਡਿਸਕਸ ਕੀਤਾ ਸੀਗਾ. ਕਾਰਬੋਹਾਈਡਰੇਟ ਦਾ ਕੀ ਮਤਲਬ ਹੈ? ਉਹ ਵਾਲੇ ਕੰਪਾਊਂਡ ਜਾਂ ਉਹ ਵਾਲੇ ਮੋਲੀਕਿਊਲ ਜਿਨ੍ਹਾਂ ਵਿੱਚ ਕਾਰਬਨ, ਹਾਈਡਰੋਜਨ ਔਰ ਆਕਸੀਜਨ ਨੂੰ ਮਿਲ ਕੇ ਬਣਦੇ ਨੇ ਉਹਨਾਂ ਨੂੰ ਅਸੀਂ ਕੀ ਕਹਿ ਦਿੰਨੇ ਆ? ਕਾਰਬੋਹਾਈਡਰੇਟਸ ਕਹਿ ਦਿੰਨੇ ਆ, ਠੀਕ ਹੈ. ਮੋਸਟਲੀ ਅਗਰ ਅਸੀਂ ਇਹਦੀ ਬਿਲਕੁਲ ਸਿੰਪਲ ਐਗਜ਼ਾਮਪਲ ਦੀ ਗੱਲ ਕਰੀਏ ਤੇ ਕੇਨ ਸ਼ੂਗਰ ਇਜ਼ ਦ ਬੈਸਟ ਐਗਜ਼ਾਮਪਲ ਆਫ ਦ ਕਾਰਬੋਹਾਈਡਰੇਟ. ਕੇਨ ਸ਼ੂਗਰ ਦਾ ਫਾਰਮੂਲਾ ਅਸੀਂ ਅੱਗੇ ਜਾ ਕੇ ਪੜ੍ਹਦੇ ਹਾਂ. ਮੇਨ ਜਿਹੜੇ ਕਾਰਬੋਹਾਈਡਰੇਟਸ ਹੈਗੇ ਨੇ ਦੈਟ ਇਜ਼ ਦ ਗਲੂਕੋਜ਼, ਫਰਕਟੋਜ਼, ਸੈਲੂਲੋਜ਼, ਸੁਕਰੋਜ਼, ਇਹ ਸਾਰਾ ਕੁਝ ਕਾਰਬੋਹਾਈਡਰੇਟਸ ਹੈ. ਬੇਟਾ ਕਾਰਬੋਹਾਈਡਰੇਟਸ ਨੂੰ ਅਸੀਂ ਹਾਈਡਰੇਟਸ ਆਫ ਕਾਰਬਨ ਵੀ ਕਹਿ ਦਿੰਦੇ ਹਾਂ ਜਿਨ੍ਹਾਂ ਦਾ ਜਰਨਲ ਫਾਰਮੂਲਾ ਹੈ CXH2OY. ਹੁਣ ਅਗਰ ਅਸੀਂ ਇਸ X ਦੀ ਜਗ੍ਹਾ ਤੇ 2 ਪੁੱਟ ਕਰੀਏ ਤੇ Y ਦੀ ਜਗ੍ਹਾ ਤੇ 2 ਪੁੱਟ ਕਰੀਏ ਤੇ ਕੀ ਆਏਗਾ? C6H12O6 ਆਏਗਾ, ਠੀਕ. ਸੋ ਇਹ ਮਤਲਬ ਇਹ ਤਾਂ ਜਰਨਲੀ ਫਾਰਮੂਲਾ ਤੁਸੀਂ ਯਾਦ ਰੱਖ ਲੈਣਾ, CX ਵਾਟਰ, Y. ਫॉर एग्जाम्पल ਕਾਰਬੋਹਾਈਡਰੇਟ ਜਿਸ ਤਰ੍ਹਾਂ ਗਲੂਕੋਜ਼ ਦਾ ਫਾਰਮੂਲਾ C6H12O6, ਫਰਕਟੋਜ਼ ਦਾ ਵੀ ਸੇਮ ਫਾਰਮੂਲਾ ਹੁੰਦਾ, ਸੁਕਰੋਜ਼ ਦਾ ਫਾਰਮੂਲਾ ਕੀ ਹੁੰਦਾ? C12H22O11. ਓਕੇ ਬੇਟਾ ਤੁਸੀਂ ਕਾਰਬੋਹਾਈਡਰੇਟਸ ਦੀ ਡੈਫੀਨੇਸ਼ਨ ਇਹ ਵਾਲੀ ਯਾਦ ਕਰਨੀ ਹੈ. ਕਾਰਬੋਹਾਈਡਰੇਟਸ ਨਾ ਆਪਟੀਕਲੀ ਐਕਟਿਵ ਪੋਲੀਹਾਈਡਰੋਕਸੀ ਐਲਡੀਹਾਈਡ ਜਾਂ ਪੋਲੀਹਾਈਡਰੋਕਸੀ ਕੀਟੋਨਸ ਹੁੰਦੇ ਨੇ ਔਰ ਇਹਨਾਂ ਕੰਪਾਊਂਡਸ ਨੂੰ ਹਾਈਡਰੋਲਿਸਿਸ ਤੋਂ ਬਾਅਦ ਸਾਨੂੰ ਇਹ ਕੰਪਾਊਂਡਸ ਹੁੰਦੇ ਨੇ, ਠੀਕ ਹੈ. ਸੋ ਕਾਮਨ ਐਗਜ਼ਾਮਪਲ ਜਿਹੜੀ ਹੈਗੀ ਹੈ ਕਾਰਬੋਹਾਈਡਰੇਟਸ ਦੀ ਦੈਟ ਇਜ਼ ਦ ਸੈਕਰਾਈਡਸ ਵੀ ਅਸੀਂ ਇਹਨਾਂ ਨੂੰ ਕਹਿ ਦਿੰਨੇ ਆ. ਕਾਮਨ ਐਗਜ਼ਾਮਪਲਸ ਇਹਨਾਂ ਦੀਆਂ ਹੈਗੀਆਂ ਨੇ, ਬਹੁਤ ਸਾਰੀਆਂ ਐਗਜ਼ਾਮਪਲਸ ਹੈ. ਗਲੂਕੋਜ਼ ਹੈ, ਫਰਕਟੋਜ਼ ਹੈ ਜੋ ਅਸੀਂ ਪਿੱਛੇ ਪੜ੍ਹਿਆ, ਰੈਫੀਨੋਜ਼ ਹੈ, ਮਾਲਟੋਜ਼ ਹੈ, ਸਾਰਾ ਕੁਝ ਕਾਰਬੋਹਾਈਡਰੇਟਸ ਦੇ ਅੰਦਰ ਹੀ ਆਏਗਾ. ਨੈਕਸਟ ਹੈ ਕਲਾਸੀਫਿਕੇਸ਼ਨ ਆਫ ਦ ਕਾਰਬੋਹਾਈਡਰੇਟਸ. ਜਿਹੜੇ ਕਾਰਬੋਹਾਈਡਰੇਟਸ ਸਵੀਟ ਟੇਸਟ ਦੇ ਹੁੰਦੇ ਨੇ ਉਹਨਾਂ ਨੂੰ ਅਸੀਂ ਸ਼ੂਗਰਸ ਕਹਿ ਦਿੰਨੇ ਆ, ਜਿਸ ਤਰ੍ਹਾਂ ਗਲੂਕੋਜ਼, ਫਰਕਟੋਜ਼ ਐਂਡ ਕੇਨ ਸ਼ੂਗਰ. ਜਿਹੜੇ ਕਾਰਬੋਹਾਈਡਰੇਟਸ ਸਵੀਟ ਟੇਸਟ ਦੇ ਨਹੀਂ ਹੁੰਦੇ ਉਹਨਾਂ ਨੂੰ ਅਸੀਂ ਨੋਨ ਸ਼ੂਗਰਸ ਕਹਿ ਦਿੰਨੇ ਆ, ਜਿਸ ਤਰ੍ਹਾਂ ਕਿ ਸਟਾਰਚ, ਸੈਲੂਲੋਜ਼ ਜਾਂ ਗਲਾਈਕੋਜਨ ਹੋ ਗਿਆ. ਸੋ ਅਗਰ ਅਸੀਂ ਇਹਨਾਂ ਦੀ ਨੈਕਸਟ ਕਲਾਸੀਫਿਕੇਸ਼ਨ ਦੇਖੀਏ ਤੇ ਸਿਸਟਮੈਟਿਕਲੀ ਜਿਹੜੀ ਹੈ ਉਹ ਮੇਨ ਇਹੀ ਕਲਾਸੀਫਿਕੇਸ਼ਨ ਹੈ ਮੋਨੋਸੈਕਰਾਈਡਸ. ਮੋਨੋ ਦਾ ਮਤਲਬ ਕੀ ਹੈ? 1 ਸੈਕਰਾਈਡਸ ਦਾ ਮਤਲਬ ਕੀ ਹੈ? ਕਾਰਬੋਹਾਈਡਰੇਟ. ਜਦੋਂ
ਕਾਰਬੋਹਾਈਡਰੇਟ ਦੇ ਵਿੱਚ ਇੱਕ ਹੀ ਕਾਰਬੋਹਾਈਡਰੇਟ ਦਾ ਯੂਨਿਟ ਹੋਏਗਾ, ਜਿਸ ਤਰ੍ਹਾਂ C6H12O6, C6H12O6 ਗਲੂਕੋਜ਼ ਜਾਂ ਫਰਕਟੋਜ਼ ਜਾਂ ਰਾਈਬੋਜ਼, ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਸੈਕਰਾਈਡ, ਮੋਨੋਸੈਕਰਾਈਡਸ ਕਹਿ ਦਿੰਦੇ ਹਾਂ। ਔਰ ਇਹ ਵਾਲੇ ਮੋਨੋਸੈਕਰਾਈਡਸ ਹਾਈਡਰੋਲਿਸਿਸ ਤੋਂ ਬਾਅਦ ਸਾਨੂੰ ਕੋਈ ਵੀ ਕੰਪਾਊਂਡ ਨਹੀਂ ਦਿੰਦੇ, ਠੀਕ ਹੈ। ਔਰ ਅਗਰ ਇਹਨਾਂ ਦਾ ਜਨਰਲ ਫਾਰਮੂਲਾ ਹੈ CH2ON। ਅਗਰ ਤੇ ਇਹਨਾਂ ਦੇ ਕੋਲ ਐਲਡੀਹਾਈਡ ਗਰੁੱਪ ਹੋਏਗਾ ਤੇ ਫਿਰ ਇਹਨਾਂ ਨੂੰ ਅਸੀਂ ਐਲਡੋਜ਼ ਕਵਾਂਗੇ। ਅਗਰ ਇਹਨਾਂ ਦੇ ਕੋਲ ਕੀਟੋਨ ਗਰੁੱਪ ਹੋਏਗਾ ਤੇ ਫਿਰ ਅਸੀਂ ਇਹਨਾਂ ਨੂੰ ਕੀਟੋਜ਼ ਕਵਾਂਗੇ। ਫੋਰ ਐਗਜ਼ਾਮਪਲ ਦੇਖੋ, ਸਿੰਪਲੈਸਟ ਮੋਨੋਸੈਕਰਾਈਡ ਸਾਡੇ ਕੋਲ ਟਰਾਈਓਜ਼ ਹੈ, ਜਿਹਨੂੰ ਅਸੀਂ ਗਲਿਸਰਲਡੀਹਾਈਡ ਕਹਿੰਦੇ ਹਾਂ, ਔਰ ਇੱਕ ਹੈ ਡਾਈਹਾਈਡਰੋਕਸੀ ਐਸੀਟੋਨ। ਗਲਿਸਰਲਡੀਹਾਈਡ ਔਰ ਡਾਈਹਾਈਡਰੋਕਸੀ ਐਸੀਟੋਨ ਇਹ ਦੋਨੋਂ ਹੀ ਸਾਡੇ ਕੋਲ ਮੋਨੋਸੈਕਰਾਈਡਸ ਹੈਗੀਆਂ ਨੇ। ਮੋਨੋ ਦਾ ਮਤਲਬ ਕੀ ਹੈ, 1 ਇਹਨਾਂ ਦੇ ਵਿੱਚ ਸਾਡੇ ਕੋਲ ਸੈਕਰਾਈਡ ਯੂਨਿਟ ਹੈ, ਔਰ ਇਹਨੂੰ ਅਸੀਂ ਐਲਡੀਹਾਈਡ, ਇਹਦੇ ਵਿੱਚ ਐਲਡੀਹਾਈਡ ਲਿੰਕੇਜ CHO ਲਿੰਕੇਜ ਹੈ, ਇਸ ਕਰਕੇ ਇਹਨੂੰ ਕੀ ਕਹਿ ਦੇਣਾ ਅਸੀਂ, ਐਲਡੋਜ਼ ਕਹਿ ਦੇਣਾ। ਔਰ ਜਿਹੜਾ ਡਾਈਹਾਈਡਰੋਕਸੀ ਐਸੀਟੋਨ ਹੈ, ਇਹਦੇ ਵਿੱਚ ਕਿਹੜੀ ਲਿੰਕੇਜ ਹੈ, ਕੀਟੋਨ ਲਿੰਕੇਜ ਹੈ, ਇਸ ਕਰਕੇ ਇਹਨੂੰ ਕੀ ਕਹਿ ਦੇਣਾ ਅਸੀਂ, ਕੀਟੋਜ਼ ਕਹਿ ਦੇਣਾ। ਸੋ ਇੱਥੇ ਅਸੀਂ ਪਿੱਛੇ ਇੱਕ ਲਾਈਨ ਪੜ੍ਹੀ ਸੀ, if carbohydrate contain aldehyde group then it is named as the aldose, and if carbohydrate contain the ketone group then it is known as the ketose। ਮੋਨੋਸੈਕਰਾਈਡਸ ਤੋਂ ਬਾਅਦ ਬੇਟਾ ਨੈਕਸਟ ਹੈ ਸਾਡੇ ਕੋਲ ਓਲੀਗੋਸੈਕਰਾਈਡਸ। ਇਹ ਓਲੀਗੋਸੈਕਰਾਈਡਸ ਵੀ ਕਾਰਬੋਹਾਈਡਰੇਟਸ ਹੀ ਹੁੰਦੀਆਂ ਨੇ, ਬਟ ਇਹਦੇ ਵਿੱਚ 2 ਤੋਂ ਲੈ ਕੇ 10 ਮੋਨੋਸੈਕਰਾਈਡ ਮੋਲੀਕਿਊਲਸ ਹਾਈਡਰੋਲਿਸਿਸ ਤੋਂ ਬਾਅਦ ਸਾਨੂੰ ਮਿਲਦੇ ਨੇ। ਓਲੀਗੋਸੈਕਰਾਈਡਸ ਨੂੰ ਫਰਦਰ ਅਸੀਂ ਡਿਵਾਈਡ ਕੀਤਾ ਡਾਈਸੈਕਰਾਈਡਸ। ਡਾਈਸੈਕਰਾਈਡ ਦੇ ਨਾਮ ਤੋਂ ਹੀ ਕਲੀਅਰ ਹੈ ਕਿ ਜਿਹੜੀ ਕਾਰਬੋਹਾਈਡਰੇਟ ਹਾਈਡਰੋਲਿਸਿਸ ਤੋਂ ਬਾਅਦ ਸਾਨੂੰ 2 ਮੋਲੀਕਿਊਲ ਪ੍ਰੋਵਾਈਡ ਕਰੇਗੀ, ਸੇਮ ਜਾਂ ਡਿਫਰੈਂਟ ਮੋਨੋਸੈਕਰਾਈਡਸ ਦਾ, ਉਹਨੂੰ ਅਸੀਂ ਕੀ ਕਵਾਂਗੇ, ਡਾਈਸੈਕਰਾਈਡ। ਫੋਰ ਐਗਜ਼ਾਮਪਲ ਦੇਖੋ, ਸੁਕਰੋਜ਼ ਇੱਕ ਡਾਈਸੈਕਰਾਈਡ ਹੈ, ਇਹਦੀ ਹਾਈਡਰੋਲਿਸਿਸ ਹੋਈ ਇਨ ਦ ਪ੍ਰੈਜ਼ੈਂਸ ਆਫ ਦ ਐਸਿਡ, ਸਾਨੂੰ 2 ਮੋਲੀਕਿਊਲ ਮਿਲੇ ਗਲੂਕੋਜ਼ ਦੇ, ਮਤਲਬ 2 ਮੋਨੋਸੈਕਰਾਈਡ ਦੇ ਯੂਨਿਟਸ ਮਿਲ ਗਏ, ਇਸ ਕਰਕੇ ਇਹ ਕੀ ਹੋ ਗਿਆ ਸਾਡੇ ਕੋਲ, ਡਾਈਸੈਕਰਾਈਡ। ਟ੍ਰਾਈਸੈਕਰਾਈਡ ਦੇ ਵਿੱਚ ਹਾਈਡਰੋਲਿਸਿਸ ਤੋਂ ਬਾਅਦ ਸਾਨੂੰ 3 ਮੋਨੋਸੈਕਰਾਈਡ ਸੇਮ ਜਾਂ ਡਿਫਰੈਂਟ ਮੋਨੋਸੈਕਰਾਈਡਸ ਮਿਲਣਗੇ। ਟੈਟਰਾਸੈਕਰਾਈਡਸ ਦੇ ਵਿੱਚ ਸਾਨੂੰ 4 ਮੋਨੋਸੈਕਰਾਈਡਸ ਸੇਮ ਜਾਂ ਡਿਫਰੈਂਟ ਕਾਈਂਡਸ ਦੇ ਮਿਲਣਗੇ। ਓਲੀਗੋਸੈਕਰਾਈਡ ਤੋਂ ਬਾਅਦ ਨੈਕਸਟ ਹੈ ਬੇਟਾ ਪੋਲੀਸੈਕਰਾਈਡਸ। ਪੋਲੀਸੈਕਰਾਈਡਸ ਦੇ ਵਿੱਚ ਇਹ ਵੀ ਕਾਰਬੋਹਾਈਡਰੇਟ ਸੀਗੇ, ਇਹਦੇ ਵਿੱਚ ਪੋਲੀਮੈਰਿਕ ਚੇਨਸ ਬਣਨਗੀਆਂ। ਆਫਟਰ ਹਾਈਡਰੋਲਿਸਿਸ ਸਾਨੂੰ ਲਾਰਜ ਨੰਬਰ ਆਫ ਮੋਨੋਸੈਕਰਾਈਡਸ ਯੂਨਿਟ ਮਿਲਣਗੇ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਸਾਡੇ ਕੋਲ ਹੈ ਸੈਲੂਲੋਜ਼, ਸਟਾਰਚ ਐਂਡ ਗਲਾਈਕੋਜਨ। ਇਹ ਤੁਸੀਂ ਯਾਦ ਕਰ ਲੈਣਾ। ਅੱਜ ਅਸੀਂ ਸਿਰਫ ਕਲਾਸੀਫਿਕੇਸ਼ਨ ਸਿੰਪਲੀ ਡਿਸਕਸ ਕੀਤੀ ਹੈ। ਬਾਇਓਮੋਲੀਕਿਊਲਸ ਕੀ ਹੁੰਦੇ ਨੇ, ਬਾਇਓਮੋਲੀਕਿਊਲਸ ਦੀ ਡੈਫੀਨੇਸ਼ਨ, ਬਾਇਓਕੈਮਿਸਟਰੀ ਦੀ ਡੈਫੀਨੇਸ਼ਨ, ਕਾਰਬੋਹਾਈਡਰੇਟਸ ਦੀ ਡੈਫੀਨੇਸ਼ਨ, ਦੈਨ ਕਲਾਸੀਫਿਕੇਸ਼ਨ ਆਫ ਦ ਕਾਰਬੋਹਾਈਡਰੇਟਸ। ਬੇਟਾ ਲਾਸਟ ਦੇ ਵਿੱਚ ਇੱਕ ਗੱਲ ਦੱਸਣੀ ਹੈ ਕਿ ਜਿਹੜੇ ਮੋਨੋਸੈਕਰਾਈਡਸ ਜਾਂ ਓਲੀਗੋਸੈਕਰਾਈਡਸ ਦੀ ਕਲਾਸੀਫਿਕੇਸ਼ਨ ਅਸੀਂ ਪੜ੍ਹੀਏ, ਮੋਨੋਸੈਕਰਾਈਡਸ ਔਰ ਓਲੀਗੋਸੈਕਰਾਈਡਸ ਦੀ ਕਲਾਸੀਫਿਕੇਸ਼ਨ ਪੜ੍ਹੀਏ, ਇਹ ਸਵੀਟ ਟੇਸਟ ਦੇ ਹੁੰਦੇ ਨੇ ਦੋਨੋਂ। ਬਟ ਜਿਹੜਾ ਅਸੀਂ ਪੋਲੀਸੈਕਰਾਈਡਸ ਪੜ੍ਹਿਆ that is the known sugar। okay, so monosaccharides और disaccharides, oligosaccharides sugars को ਹੁੰਦੇ ਨੇ collectively, और polysaccharide known sugars को ਹੁੰਦੇ ਨੇ। this is all about the introduction and classification of the carbohydrates। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਇੰਨਾ ਹੀ ਡਿਸਕਸ ਕਰਾਂਗੇ, ਬਾਕੀ ਕੱਲ ਅਸੀਂ ਮੋਨੋਸੈਕਰਾਈਡਸ ਨੂੰ ਅੱਛੇ ਤਰ੍ਹਾਂ ਦੇ ਨਾਲ ਫਰਦਰ ਕਲਾਸੀਫਿਕੇਸ਼ਨ ਇਹਦੀ ਡਿਸਕਸ ਕਰਾਂਗੇ। ਥੈਂਕ ਯੂ।